ਹੈਲੋ ਸਟੂਡੈਂਟਸ, ਵੈਲਕਮ ਟੂ ਸੁਖੇਜਰ ਟਿਊਸ਼ਨਸ। ਮੈਂ ਤੁਹਾਡਾ ਸਾਰਿਆਂ ਦਾ ਬਹੁਤ ਸਵਾਗਤ ਕਰਦੀ ਹਾਂ ਜੀ ਸੁਖੇਜਰ ਟਿਊਸ਼ਨਸ ਦੇ ਵਿੱਚ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਆਪਾਂ ਨੇ ਕੱਲ ਇੱਕ ਨਵਾਂ ਸਬਜੈਕਟ ਸ਼ੁਰੂ ਕੀਤਾ ਸੀ ਤੁਹਾਡਾ ਐਨਟੀਟੀ ਦਾ ਕਰਿਕੂਲਮ ਆਫ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਐਂਡ ਟੀਚਿੰਗ ਲਰਨਿੰਗ ਪ੍ਰੋਸੈਸ। ਉਹਦਾ ਆਪਾਂ ਨੇ ਫਰਸਟ ਚੈਪਟਰ ਲਰਨਿੰਗ ਐਂਡ ਟੀਚਿੰਗ ਸ਼ੁਰੂ ਕੀਤਾ ਸੀ, ਜਿਹਦੇ ਵਿੱਚ ਕਿ ਆਪਾਂ ਨੇ ਲਰਨਿੰਗ ਨੂੰ ਕਵਰ ਕਰ ਲਿਆ ਸੀ। ਅੱਜ जो आप करांगे जी वो होगा जी टीचिंग के बारे। ठीक है स्टूडेंट्स, मैं बार बार कहनी अगर थोनों क्लास अच्छी लगती है तो लाइक एंड शेयर ज़रूर करया करो। ठीक है, कमेंट करके दसिया करो कि समझ आ रही है या नहीं आ रहा। अगर नहीं समझ आ रहा तो दसो कि नहीं समझ आ रहा, ताकि उस ते वर्क किया जाए। ठीक है, तो सोनू कोई दिक्कत ना आवे। जदों तक तुसी लाइक ते शेयर नहीं करोगे उदों तक सानू नहीं समझ आऊगा कि सोनू समझ आ रही है या नहीं समझ आ रहा। क्लीयर है स्टूडेंट्स? चलिए आप अज की क्लास के वल। सब तो पहला आप ये की पढ़ांगे, सिखाना की है, टीचिंग की है। ठीक है, कल आपने पढ़िया सी लर्निंग की है। ਉਹਦੇ ਵਿੱਚ थोड़ी जी मिसटेक हो गई सी फैक्टर्स ਦੇ ਵਿੱਚੋਂ। मैं ਤੁਹਾਨੂੰ क्लास के एंड ਦੇ ਵਿੱਚ ਦੱਸ ਕੇ ਜਾਊਂਗੀ कि की थोड़ी गलती हो गई सी कल पढ़ाने ਦੇ ਵਿੱਚ। ਉਹਨੂੰ ਤੁਸੀਂ ਇੱਕ ਵਾਰ ਦੁਬਾਰਾ ਲਿਖ ਲਿਓ ਜਾਂ ਜਿੱਥੇ ਲਿਖਿਆ ਹੋਇਆ ਹੈ ਉੱਥੇ ਕਰੈਕਸ਼ਨ ਕਰ ਲਿਓ। ਠੀਕ ਹੈ, ਸਿਖਾਉਣਾ ਕੀ ਹੈ, ਟੀਚਿੰਗ ਕੀ ਹੈ। ਅਧਿਆਪਨ ਸਿੱਖਿਆ ਦੀ ਪ੍ਰਕਿਰਿਆ ਦਾ ਇੱਕ ਅਨਿਖੜਵਾਂ ਅੰਗ ਹੈ। ਇਹ ਕਿਰਿਆਵਾਂ ਦੀ ਇੱਕ ਪ੍ਰਣਾਲੀ ਹੈ ਜਿਸ ਦਾ ਉਦੇਸ਼ ਸਿੱਖਣ ਨੂੰ ਪ੍ਰੇਰਿਤ ਕਰਨਾ ਹੈ। ਠੀਕ ਹੈ, ਜਿਹੜਾ ਅਧਿਆਪਨ ਹੈ ਉਹ ਕੀ ਹੈ ਜੀ, ਸਿੱਖਿਆ ਦੀ ਪ੍ਰਕਿਰਿਆ ਦਾ ਇੱਕ ਅਨਿਖੜਵਾਂ ਅੰਗ ਹੈ। ਠੀਕ ਹੈ, ਕੀ ਹੈ, ਇੱਕ ਅਨਿਖੜਵਾਂ ਅੰਗ ਹੈ। ਇਹ ਕਿਰਿਆਵਾਂ ਦੀ ਇੱਕ ਪ੍ਰਣਾਲੀ ਹੈ। ਇਹ ਇੱਕ ਕਿਰਿਆਵਾਂ ਦੀ ਪ੍ਰਣਾਲੀ ਹੈ ਜਿਸ ਦਾ ਉਦੇਸ਼ ਕੀ ਹੈ, ਸਿੱਖਣ ਨੂੰ ਪ੍ਰੇਰਿਤ ਕਰਨਾ ਹੈ। ਠੀਕ ਹੈ, ਜਿਸ ਦਾ ਉਦੇਸ਼ ਕੀ ਹੈ, ਸਿੱਖਣ ਨੂੰ ਪ੍ਰੇਰਿਤ ਕਰਨਾ। ਠੀਕ ਹੈ, ਇਸ ਦਾ ਵਿਸ਼ੇਸ਼ ਕੰਮ ਕੀ ਹੈ, ਇਸ ਦਾ ਵਿਸ਼ੇਸ਼ ਕੰਮ ਕੀ ਹੈ ਜੀ, ਗਿਆਨ ਪ੍ਰਦਾਨ ਕਰਨਾ। ਠੀਕ ਹੈ, ਸਮਝ, ਇਸ ਦਾ ਵਿਸ਼ੇਸ਼ ਕੰਮ ਕੀ ਹੈ, ਗਿਆਨ ਪ੍ਰਦਾਨ ਕਰਨਾ, ਸਮਝ ਅਤੇ ਹੁਨਰ ਦਾ ਵਿਕਾਸ ਕਰਨਾ। ਕਲੀਅਰ ਹੈ? ਸਿਖਾਉਣ ਦਾ ਕੀ ਮੇਨ ਕੰਮ ਹੈ, ਇੱਕ ਸਭ ਤੋਂ ਪਹਿਲਾਂ ਗਿਆਨ ਪ੍ਰਦਾਨ ਕਰਨਾ, ਸਮਝ ਅਤੇ ਹੁਨਰ ਦਾ ਵਿਕਾਸ। ਅਧਿਆਪਨ ਵਿੱਚ ਅਧਿਆਪਕ ਅਤੇ ਵਿਦਿਆਰਥੀਆਂ ਵਿਚਕਾਰ ਇੱਕ ਪਰਸਪਰ ਪ੍ਰਭਾਵ ਹੁੰਦਾ ਹੈ ਜਿਸ ਦੁਆਰਾ ਵਿਦਿਆਰਥੀਆਂ ਨੂੰ ਟੀਚੇ ਵੱਲ ਮੋੜਿਆ ਜਾਂਦਾ ਹੈ। ਠੀਕ ਹੈ, ਜਿਸ ਦੁਆਰਾ ਵਿਦਿਆਰਥੀਆਂ ਨੂੰ ਕੀ ਕੀਤਾ ਜਾਂਦਾ ਹੈ, ਟੀਚੇ ਵੱਲ ਮੋੜਿਆ ਜਾਂਦਾ ਹੈ। ਕਲੀਅਰ ਹੈ? ਅਧਿਆਪਨ ਸਿੱਖਿਆ ਦੀ ਪ੍ਰਕਿਰਿਆ ਦਾ ਇੱਕ ਅਨਿਖੜਵਾਂ ਅੰਗ ਹੈ। ਇਹ ਕਿਰਿਆਵਾਂ ਦੀ ਇੱਕ ਪ੍ਰਣਾਲੀ ਹੈ ਜਿਹਦਾ ਉਦੇਸ਼ ਕੀ ਹੈ ਜੀ, ਸਿੱਖਣ ਨੂੰ ਪ੍ਰੇਰਿਤ ਕਰਨਾ। ਜਿਸ ਦਾ ਉਦੇਸ਼ ਕੀ ਹੈ, ਸਿੱਖਣ ਨੂੰ ਪ੍ਰੇਰਿਤ ਕਰਨਾ। ਇਸ ਦਾ ਵਿਸ਼ੇਸ਼ ਕੰਮ ਕੀ ਹੈ, ਇਸ ਦਾ ਵਿਸ਼ੇਸ਼ ਕੰਮ ਗਿਆਨ ਪ੍ਰਦਾਨ ਕਰਨਾ, ਸਮਝ ਅਤੇ ਹੁਨਰ ਦਾ ਵਿਕਾਸ। ਠੀਕ ਹੈ, ਹੁਨਰ ਦਾ ਵਿਕਾਸ। ਅਧਿਆਪਨ ਵਿੱਚ ਅਧਿਆਪਕ ਅਤੇ ਵਿਦਿਆਰਥੀਆਂ ਵਿਚਕਾਰ ਇੱਕ ਪਰਸਪਰ ਪ੍ਰਭਾਵ ਹੁੰਦਾ ਹੈ ਜਿਸ ਦੁਆਰਾ ਵਿਦਿਆਰਥੀਆਂ ਨੂੰ ਟੀਚੇ ਵੱਲ ਮੋੜਿਆ ਜਾਂਦਾ ਹੈ। ਕਲੀਅਰ ਹੈ? ਨੈਕਸਟ ਆ ਜਾਓ। ਅਧਿਆਪਨ ਕੀ ਹੈ? ਅਧਿਆਪਨ ਕੀ ਹੈ? ਅਧਿਆਪਨ ਇੱਕ ਪ੍ਰਕਿਰਿਆ ਹੈ। ਅਧਿਆਪਨ ਇੱਕ ਪ੍ਰਕਿਰਿਆ ਹੈ ਜੋ ਆਮ ਤੌਰ ਤੇ, ਅਧਿਆਪਨ ਕੀ ਹੈ ਜੀ, ਇੱਕ ਪ੍ਰਕਿਰਿਆ ਹੈ ਜੋ ਆਮ ਤੌਰ ਉੱਤੇ ਕਲਾਸਰੂਮ ਦੀਆਂ ਸਥਿਤੀਆਂ ਵਿੱਚ ਹੁੰਦੀ ਹੈ। ਠੀਕ ਹੈ, ਕਿੱਥੇ ਹੁੰਦੀ ਹੈ ਅਧਿਆਪਨ, ਟੀਚਿੰਗ ਕਿੱਥੇ ਹੁੰਦੀ ਹੈ ਜੀ, ਠੀਕ ਹੈ, ਕਲਾਸਰੂਮ ਦੀਆਂ ਸਥਿਤੀਆਂ ਵਿੱਚ ਹੁੰਦੀ ਹੈ। ਇਹ ਇੱਕ ਰਸਮੀ ਪ੍ਰਕਿਰਿਆ ਹੈ, ਫਾਰਮਲ। ਠੀਕ ਹੈ, ਫਾਰਮਲ ਕੰਡੀਸ਼ਨ ਹੁੰਦੀ ਹੈ ਜਿਸ ਰਾਹੀਂ ਅਧਿਆਪਕ ਵਿਦਿਆਰਥੀਆਂ ਨਾਲ ਕੀ ਕਰਦਾ, ਗੱਲਬਾਤ ਕਰਦਾ ਹੈ ਤਾਂ ਜੋ ਉਹ ਸਿੱਖਿਆਰਥੀਆਂ ਨੂੰ ਉਹਨਾਂ ਦੀਆਂ ਸਿੱਖਣ ਦੀਆਂ ਲੋੜਾਂ ਅਨੁਸਾਰ ਕੀ ਸਿੱਖਣਾ ਚਾਹੁੰਦੇ ਨੇ ਉਹ ਸਿਖਾ ਸਕਣ। ਠੀਕ ਹੈ, ਇਹ ਆਪਣੀ ਵਰਡਿੰਗ ਦੇ ਵਿੱਚ ਲਿਖ ਲਓ ਤਾਂ ਜੋ ਉਹ ਸਿੱਖਿਆਰਥੀਆਂ ਨੂੰ ਉਹਨਾਂ ਦੀ ਸਿੱਖਣ ਦੀਆਂ ਲੋੜਾਂ ਅਨੁਸਾਰ ਉਹਨਾਂ ਨੂੰ ਸਿਖਾ ਸਕਣ। ਠੀਕ ਹੈ, ਨੈਕਸਟ ਆ ਜਾਓ। ਕੀ ਇਹਨਾਂ ਨੇ ਦਿੱਤਾ ਜੀ, ਸਿਖਾਉਣਾ ਕੀ ਹੈ। ਜਿਹੜਾ ਅਧਿਆਪਨ ਹੈ ਉਹ ਕੀ ਹੈ ਜੀ, ਸਿੱਖਿਆ ਦੀ ਪ੍ਰਕਿਰਿਆ ਦਾ ਇੱਕ ਅਨਿਖੜਵਾਂ ਅੰਗ ਹੈ। ਇਹ ਕਿਰਿਆਵਾਂ ਦੀ ਇੱਕ ਪ੍ਰਣਾਲੀ ਹੈ ਜਿਸ ਦਾ ਉਦੇਸ਼ ਕੀ ਹੈ, ਸਿੱਖਣ ਨੂੰ ਪ੍ਰੇਰਿਤ ਕਰਨਾ ਹੈ। ਇਸ ਦਾ ਵਿਸ਼ੇਸ਼ ਕੰਮ ਕੀ ਹੈ,
ਗਿਆਨ ਪ੍ਰਦਾਨ ਕਰਨਾ, ਸਮਝ ਅਤੇ ਹੁਨਰ ਦਾ ਵਿਕਾਸ। ਅਧਿਆਪਨ ਵਿੱਚ ਕੀ ਹੁੰਦਾ ਹੈ? ਅਧਿਆਪਕ ਅਤੇ ਵਿਦਿਆਰਥੀਆਂ ਵਿਚਕਾਰ ਇੱਕ ਪਰਸਪਰ ਪ੍ਰਭਾਵ ਹੁੰਦਾ ਹੈ ਜਿਸ ਦੁਆਰਾ ਵਿਦਿਆਰਥੀਆਂ ਨੂੰ ਟੀਚੇ ਵੱਲ ਮੋੜਿਆ ਜਾਂਦਾ ਹੈ। ਠੀਕ ਹੈ। ਫਿਰ ਅਧਿਆਪਨ ਇੱਕ ਪ੍ਰਕਿਰਿਆ ਹੈ ਜੋ ਆਮ ਤੌਰ ਉੱਤੇ ਕਲਾਸਰੂਮ ਦੀਆਂ ਸਥਿਤੀਆਂ ਵਿੱਚ ਹੁੰਦੀ ਹੈ। ਇਹ ਇੱਕ ਰਸਮੀ ਪ੍ਰਕਿਰਿਆ ਹੈ ਜਿਸ ਰਾਹੀਂ ਅਧਿਆਪਕ ਵਿਦਿਆਰਥੀਆਂ ਨਾਲ ਗੱਲਬਾਤ ਕਰਦਾ ਹੈ ਤਾਂ ਜੋ ਉਹ ਸਿੱਖਿਆਰਥੀਆਂ ਨੂੰ ਉਹਨਾਂ ਦੀਆਂ ਜੋ ਉਹਨਾਂ ਦੀਆਂ ਸਿੱਖਣ ਦੀਆਂ ਲੋੜਾਂ ਨੇ ਉਹਨਾਂ ਦੇ ਅਨੁਸਾਰ ਸਿੱਖਿਆਰਥੀਆਂ ਨੂੰ ਸਿਖਾ ਸਕੇ। ਕਲੀਅਰ ਹੈ? ਕਲੀਅਰ ਹੈ ਸਟੂਡੈਂਟਸ? ਚੱਲੀਏ ਜੀ ਅੱਗੇ। ਨੈਕਸਟ ਆ ਜਾਓ ਜੀ। ਅਧਿਆਪਨ ਸਿਖਲਾਈ ਪ੍ਰਕਿਰਿਆ ਵਿੱਚ ਅਧਿਆਪਕ ਦੀ ਭੂਮਿਕਾ ਨੂੰ ਹੇਠ ਲਿਖੇ ਅਨੁਸਾਰ ਸ਼੍ਰੇਣੀਬੱਧ ਕੀਤਾ ਜਾ ਸਕਦਾ ਹੈ। ਸਭ ਤੋਂ ਪਹਿਲਾਂ ਪਰੰਪਰਾਗਤ ਭੂਮਿਕਾ ਜੋ ਕਿ ਟੀਚਰ ਸੈਂਟਰਡ ਹੁੰਦੀ ਹੈ। ਠੀਕ ਹੈ। ਪਰੰਪਰਾਗਤ ਭੂਮਿਕਾ ਜੋ ਕਿ ਅਧਿਆਪਕ ਕੇਂਦਰਿਤ ਟੀਚਰ ਸੈਂਟਰਡ ਹੁੰਦੀ ਹੈ। ਫਿਰ ਆਧੁਨਿਕ ਭੂਮਿਕਾ ਜੋ ਕਿ ਫੈਸਿਲਿਟੇਟਰ ਵਿਦਿਆਰਥੀ ਕੇਂਦਰਿਤ ਹੁੰਦੀ ਹੈ। ਵਰਤਮਾਨ ਸੰਦਰਭ ਵਿੱਚ ਰਵਾਇਤੀ ਭੂਮਿਕਾ ਤੋਂ ਆਧੁਨਿਕ ਭੂਮਿਕਾ ਵਿੱਚ ਤਬਦੀਲੀ ਆਈ ਹੈ। ਠੀਕ ਹੈ। ਵਰਤਮਾਨ ਦੇ ਵਿੱਚ ਕਿਹੜੀ ਭੂਮਿਕਾ ਤੋਂ? ਰਵਾਇਤੀ ਭੂਮਿਕਾ ਤੋਂ ਆਧੁਨਿਕ ਭੂਮਿਕਾ ਵਿੱਚ ਤਬਦੀਲੀ ਆਈ ਹੈ। ਸਭ ਤੋਂ ਪਹਿਲਾਂ ਕਿਹੜੀ ਹੈ? ਪਰੰਪਰਾਗਤ ਜਿਹੜੀ ਕਿ ਟੀਚਰ ਸੈਂਟਰਡ ਸੀ। ਠੀਕ ਹੈ। ਅਧਿਆਪਕ ਕੇਂਦਰਿਤ। ਦੂਜੀ ਆਧੁਨਿਕ ਕਿਹੜੀ ਹੈ? ਵਿਦਿਆਰਥੀ ਕੇਂਦਰਿਤ, ਸਟੂਡੈਂਟ ਸੈਂਟਰਡ। ਠੀਕ ਹੈ। ਜਿਹੜਾ ਹੁਣ ਵਰਤਮਾਨ ਦਾ ਟਾਈਮ ਚੱਲ ਰਿਹਾ ਹੈ ਉਹਦੇ ਵਿੱਚ ਕੀ ਹੈ ਜੀ? ਰਵਾਇਤੀ ਭੂਮਿਕਾ ਤੋਂ ਆਧੁਨਿਕ ਭੂਮਿਕਾ ਵਿੱਚ ਤਬਦੀਲੀ ਆਈ ਹੈ। ਠੀਕ ਹੈ। ਹੁਣ ਅਧਿਆਪਨ ਸਿਖਲਾਈ ਅਤੇ ਹਦਾਇਤ ਵਿੱਚ ਕੀ ਅੰਤਰ ਹੈ? ਠੀਕ ਹੈ। ਪੜ੍ਹਾਉਣਾ, ਇੰਸਟਰਕਸ਼ਨ, ਸਿਖਲਾਈ ਅਤੇ ਇੰਸਟਰਕਸ਼ਨ, ਇਹਨਾਂ ਵਿੱਚ ਕੀ ਅੰਤਰ ਹੈ ਤੁਸੀਂ ਉਹ ਸਾਰਾ ਕੁਝ ਦੱਸੋਗੇ। ਠੀਕ ਹੈ। ਆਓ ਜੀ। ਅਧਿਆਪਨ ਕੁਦਰਤ ਵਿੱਚ ਵਧੇਰੇ ਗੁੰਝਲਦਾਰ ਹੈ। ਜਿਹੜਾ ਅਧਿਆਪਨ ਹੈ ਉਹ ਨੇਚਰ ਵਾਈਜ਼ ਬਹੁਤ ਜ਼ਿਆਦਾ ਗੁੰਝਲਦਾਰ ਹੈ। ਇਹ ਸਿਧਾਂਤਿਕ ਆਧਾਰਿਤ ਹੈ, ਸਿਧਾਂਤਾਂ 'ਤੇ ਚੱਲਣ ਵਾਲਾ ਹੈ। ਇਹ ਸਿੱਖਣ ਵਾਲੇ ਦੀ ਸਿੱਖਣ ਦੀ ਸ਼ੈਲੀ ਦੇ ਅਨੁਸਾਰ ਬਦਲਦਾ ਹੈ। ਜੋ ਸਿੱਖਣ ਵਾਲਾ ਹੁੰਦਾ ਹੈ, ਠੀਕ ਹੈ, ਉਹਦੇ ਸਿੱਖਣ ਦੀ ਸ਼ੈਲੀ ਦੇ ਉਹਦੇ ਵਿੱਚ ਕਿੰਨੀ ਸ਼ੈਲੀ ਹੈ, ਸਿੱਖਣ ਦੀ ਕੀ ਸ਼ੈਲੀ ਹੈ, ਉਹਦੇ ਅਨੁਸਾਰ ਇਹ ਬਦਲਦਾ ਹੈ। ਇਹ ਦੱਸ ਰਿਹਾ ਹੈ ਕਿ ਕੀ ਕੁਝ ਕਿਵੇਂ ਕੀਤਾ ਜਾਂਦਾ ਹੈ, ਕੁਝ ਕਿਵੇਂ ਕੀਤਾ ਜਾਂਦਾ ਹੈ। ਅਧਿਆਪਨ ਸਿੱਖਣ ਵਿੱਚ ਵਿਅਕਤੀਗਤ ਅੰਤਰਾਂ ਉੱਤੇ ਆਧਾਰਿਤ ਹੈ। ਜਿਹੜਾ ਅਧਿਆਪਨ ਸਿੱਖਣ ਹੁੰਦਾ ਉਹਦੇ ਵਿੱਚ ਵਿਅਕਤੀਗਤ ਅੰਤਰਾਂ ਉੱਤੇ ਆਧਾਰਿਤ ਇਹ ਹੁੰਦਾ ਹੈ। ਠੀਕ ਹੈ। ਇਹ ਸਿੱਖਣ ਦੇ ਬੋਧਾਤਮਿਕ, ਪ੍ਰਭਾਵੀ ਅਤੇ ਸਾਈਕੋਮੋਟਰ ਡੋਮੇਨ ਨੂੰ ਭਰਦਾ ਹੈ। ਅਧਿਆਪਨ ਇੱਕ ਕਲਾਸਰੂਮ ਵਿੱਚ ਇੱਕ ਵਿਧੀਪੂਰਵਕ ਯੋਜਨਾਬੰਧ ਗਤੀਵਿਧੀ ਹੈ। ਠੀਕ ਹੈ ਜੀ। ਸਭ ਤੋਂ ਪਹਿਲਾਂ ਅਧਿਆਪਨ ਪੜ੍ਹਾਉਣਾ, ਠੀਕ ਹੈ, ਟੀਚਿੰਗ। ਅਧਿਆਪਨ ਕੁਦਰਤ ਵਿੱਚ ਕੀ ਹੈ? ਵਧੇਰੇ ਗੁੰਝਲਦਾਰ ਹੈ। ਠੀਕ ਹੈ। ਅਧਿਆਪਨ ਕੀ ਹੈ ਜੀ? ਕੁਦਰਤ ਵਿੱਚ ਵਧੇਰੇ ਗੁੰਝਲਦਾਰ ਹੈ। ਇਹ ਸਿਧਾਂਤਿਕ ਆਧਾਰਿਤ ਹੈ। ਇਹ ਸਿਧਾਂਤ ਤੇ ਚੱਲਣ ਵਾਲਾ ਹੈ। ਇਹ ਸਿੱਖਣ ਵਾਲੇ ਦੀ ਸਿੱਖਣ ਦੀ ਸ਼ੈਲੀ ਦੇ ਅਨੁਸਾਰ ਬਦਲਦਾ ਹੈ। ਠੀਕ ਹੈ। ਸਿੱਖਣ ਵਾਲੇ ਦੀ ਸਿੱਖਣ ਦੀ ਸ਼ੈਲੀ ਦੇ ਅਨੁਸਾਰ ਬਦਲਦਾ ਹੈ। ਇਹ ਦੱਸ ਰਿਹਾ ਹੈ ਕਿ ਕੁਝ ਕਿਵੇਂ ਕੀਤਾ ਜਾਂਦਾ ਹੈ। ਠੀਕ ਹੈ। ਕੁਝ ਕਿਵੇਂ ਕੀਤਾ ਜਾਂਦਾ ਹੈ, ਇਹ ਦੱਸ ਰਿਹਾ ਹੈ। ਅਧਿਆਪਨ ਸਿੱਖਣ ਵਿੱਚ ਵਿਅਕਤੀਗਤ ਅੰਤਰਾਂ ਉੱਤੇ ਆਧਾਰਿਤ ਹੈ। ਵਿਅਕਤੀਗਤ ਅੰਤਰਾਂ ਉੱਤੇ ਆਧਾਰਿਤ ਹੈ ਇਹ। ਠੀਕ ਹੈ ਜੀ। ਉਹ ਤੋਂ ਬਾਅਦ ਇਹ ਸਿੱਖਣ ਦੇ ਬੋਧਾਤਮਿਕ, ਪ੍ਰਭਾਵੀ ਅਤੇ ਸਾਈਕੋਮੋਟਰ ਡੋਮੇਨ ਨੂੰ ਭਰਦਾ ਹੈ। ਫਿਰ ਅਧਿਆਪਨ ਇੱਕ ਕਲਾਸਰੂਮ ਵਿੱਚ ਇੱਕ ਵਿਧੀਪੂਰਵਕ ਯੋਜਨਾਬੰਧ ਗਤੀਵਿਧੀ ਹੈ। ਠੀਕ ਹੈ। ਅਧਿਆਪਨ ਕੀ ਹੈ? ਇੱਕ ਕਲਾਸਰੂਮ ਦੇ ਵਿੱਚ ਵਿਧੀਪੂਰਵਕ ਯੋਜਨਾਬੰਧ ਗਤੀਵਿਧੀ ਹੈ। ਕਲੀਅਰ ਹੈ? ਚੱਲੀਏ ਅੱਗੇ। ਹਿਦਾਇਤ। ਹੁਣ ਆਪਾਂ ਕਿਹਦੀ ਗੱਲ ਕਰਾਂਗੇ? ਹਿਦਾਇਤ ਦੀ, ਇੰਸਟਰਕਸ਼ਨ ਦੀ। ਠੀਕ ਹੈ। ਇਹ ਟੀਚਾ ਪ੍ਰਾਪਤ ਕਰਨ ਲਈ ਅਧਿਆਪਨ ਦੇ ਇੱਕ ਖਾਸ ਢੰਗ ਨੂੰ ਅਪਣਾਇਆ ਜਾਂਦਾ ਹੈ। ਠੀਕ ਹੈ। ਇਹ ਟੀਚਾ ਪ੍ਰਾਪਤ ਕਰਨ ਲਈ ਇਹ ਇਸ ਚੀਜ਼ ਨੂੰ ਪ੍ਰਾਪਤ ਕਰਨ ਲਈ ਟੀਚਿੰਗ ਦੇ ਇੱਕ ਖਾਸ ਢੰਗ ਨੂੰ ਕੀ ਕੀਤਾ ਜਾਂਦਾ ਹੈ ਜੀ? ਅਪਣਾਇਆ ਜਾਂਦਾ ਹੈ।
ਇਹ ਸਿੱਖਿਆਰਥੀਆਂ ਦੇ ਟੀਚਿਆਂ ਅਤੇ ਲੋੜਾਂ ਅਨੁਸਾਰ ਵੱਖਰਾ ਹੁੰਦਾ ਹੈ। ਇਹ ਕਿਹਨਾਂ ਦੇ ਅਨੁਸਾਰ ਵੱਖਰਾ ਹੁੰਦਾ ਹੈ? ਸਿੱਖਿਆਰਥੀਆਂ ਦੇ ਟੀਚਿਆਂ ਅਤੇ ਲੋੜਾਂ ਅਨੁਸਾਰ। ਇਹ ਭਿੰਨ ਸਿੱਖਿਆ ਸਮੱਗਰੀ ਨਾਲ ਸੰਬੰਧਿਤ ਹੈ ਜੋ ਸਿੱਖਣ ਨੂੰ ਵਧਾਉਂਦੀ ਹੈ। ਠੀਕ ਹੈ, ਇਹ ਕਿਹਦੇ ਨਾਲ ਸੰਬੰਧਿਤ ਹੈ? ਭਿੰਨ ਸਿੱਖਿਆ ਸਮੱਗਰੀ ਨਾਲ ਸੰਬੰਧਿਤ ਹੈ ਜੋ ਸਿੱਖਣ ਨੂੰ ਵਧਾਉਂਦੀ ਹੈ। ਹਿਦਾਇਤ ਅਧਿਆਪਨ ਸਿਖਲਾਈ ਪ੍ਰਕਿਰਿਆ ਵਿੱਚ ਦਿਸ਼ਾਵਾਂ ਦਾ ਸੁਝਾਅ ਦਿੰਦੀ ਹੈ। ਠੀਕ ਹੈ, ਜਿਹੜੀ ਕਿ ਇੰਸਟਰਕਸ਼ਨ ਟੀਚਿੰਗ ਸਿਖਲਾਈ ਪ੍ਰਕਿਰਿਆ ਇਹਦੇ ਵਿੱਚ ਡਾਇਰੈਕਸ਼ਨਸ ਦੱਸਦੀ ਹੈ, ਡਾਇਰੈਕਸ਼ਨ ਦੱਸਦੀ ਹੈ ਵੀ ਕਿੱਧਰ ਨੂੰ ਜਾਣਾ, ਕਿਵੇਂ ਜਾਣਾ। ਠੀਕ ਹੈ, ਤੁਹਾਡੇ ਲਈ ਕੀ ਸਹੀ ਰਹੂਗਾ। ਇਹ ਕਲਾਸਰੂਮ ਦੇ ਅੰਦਰ ਸਿੱਖਣ ਦੀ ਪ੍ਰਕਿਰਿਆ ਵਿੱਚ ਖਤਮ ਹੋ ਸਕਦਾ ਹੈ। ਠੀਕ ਹੈ, ਅਧਿਆਪਕ ਕੇਂਦਰਿਤ ਸਿੱਖਿਆ ਕਿਸੇ ਖਾਸ ਕੰਮ ਨੂੰ ਪੂਰਾ ਕਰਨ ਲਈ ਇਸ ਦੀ ਸਖਤੀ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਅਗਰ ਕੋਈ ਖਾਸ ਕੰਮ ਪੂਰਾ ਕਰਨਾ ਹੈ ਤਾਂ ਇਹਦੀ ਸਖਤੀ ਨਾਲ ਕੀ ਕਰਨੀ ਚਾਹੀਦੀ ਹੈ ਜੀ? ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਪੜ੍ਹਾਉਣਾ, ਪਹਿਲਾਂ ਆਪਾਂ ਟੀਚਿੰਗ ਪੜ੍ਹਿਆ, ਹੁਣ ਆਪਾਂ ਕੀ ਪੜ੍ਹਿਆ ਜੀ? ਹਿਦਾਇਤ, ਇੰਸਟਰਕਸ਼ਨ। ਸਭ ਤੋਂ ਪਹਿਲਾਂ ਕੀ ਹੈ? ਇਹ ਟੀਚਾ ਪ੍ਰਾਪਤ ਕਰਨ ਲਈ ਅਧਿਆਪਨ ਦੇ ਇੱਕ ਖਾਸ ਢੰਗ ਨੂੰ ਅਪਣਾਇਆ ਜਾਂਦਾ ਹੈ। ਠੀਕ ਹੈ, ਇਹ ਵਾਲਾ ਟੀਚਾ ਪ੍ਰਾਪਤ ਕਰਨ ਲਈ ਅਧਿਆਪਨ ਦੇ ਇੱਕ ਖਾਸ ਢੰਗ ਨੂੰ ਕੀ ਕੀਤਾ ਜਾਂਦਾ ਹੈ? ਅਪਣਾਇਆ ਜਾਂਦਾ ਹੈ। ਇਹ ਸਿੱਖਿਆਰਥੀਆਂ ਦੇ ਟੀਚਿਆਂ ਅਤੇ ਲੋੜਾਂ ਅਨੁਸਾਰ ਵੱਖਰਾ ਹੁੰਦਾ ਹੈ। ਇਹ ਭਿੰਨ ਸਿੱਖਿਆ ਸਮੱਗਰੀ ਨਾਲ ਸੰਬੰਧਿਤ ਹੈ ਜੋ ਸਿੱਖਿਆ ਨੂੰ ਵਧਾਉਂਦੀ ਹੈ। ਹਿਦਾਇਤ ਅਧਿਆਪਨ ਸਿਖਲਾਈ ਪ੍ਰਕਿਰਿਆ ਵਿੱਚ ਦਿਸ਼ਾਵਾਂ ਦਾ ਸੁਝਾਅ ਦਿੰਦੀ ਹੈ। ਇਹ ਕਲਾਸਰੂਮ ਦੇ ਅੰਦਰ ਸਿੱਖਣ ਦੀ ਪ੍ਰਕਿਰਿਆ ਵਿੱਚ ਖਤਮ ਹੋ ਸਕਦਾ ਹੈ। ਫਿਰ ਅਧਿਆਪਕ ਕੇਂਦਰਿਤ ਸਿੱਖਿਆ ਹੈ। ਕਿਸੇ ਖਾਸ ਕੰਮ ਨੂੰ ਪੂਰਾ ਕਰਨ ਲਈ ਇਸ ਦੀ ਸਖਤੀ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਠੀਕ ਹੈ, ਕਲੀਅਰ ਹੈ। ਚਲਿਏ ਅੱਗੇ, ਨੈਕਸਟ ਆ ਜਾਓ ਜੀ। ਨੈਕਸਟ ਆ ਗਿਆ ਸਿਖਲਾਈ। ਪਹਿਲਾਂ ਆਪਾਂ ਕੀ ਪੜ੍ਹਿਆ ਸੀਗਾ? ਪੜ੍ਹਾਉਣਾ, ਟੀਚਿੰਗ। ਫਿਰ ਆਪਾਂ ਹਦਾਇਤ, ਠੀਕ ਹੈ, ਪੜ੍ਹੀ, ਇੰਸਟਰਕਸ਼ਨ। ਹੁਣ ਆਪਾਂ ਪੜਾਂਗੇ ਸਿਖਲਾਈ, ਟ੍ਰੇਨਿੰਗ। ਠੀਕ ਹੈ, ਇਹ ਵਿਹਾਰਿਕ ਆਧਾਰਿਤ ਹੈ, ਮਤਲਬ ਇਹ ਕੀ ਹੈ ਜੀ? ਪ੍ਰੈਕਟੀਕਲ ਓਰੀਐਂਟਿਡ। ਠੀਕ ਹੈ, ਜਿਹੜੀ ਸਿਖਲਾਈ ਹੈ ਉਹ ਕੀ ਹੈ? ਜਿਹੜੀ ਆਪਣੀ ਹਦਾਇਤ ਸੀ ਉਹ ਕੀ ਸੀ? ਸਿਧਾਂਤਿਕ ਆਧਾਰਿਤ। ਠੀਕ ਹੈ, ਸਿਧਾਂਤਾਂ ਤੇ ਚੱਲਣ ਵਾਲੀ। ਹੁਣ ਆ ਕੀ ਇਹ ਹੈਗੇ ਜੀ? ਪ੍ਰੈਕਟੀਕਲ ਓਰੀਐਂਟਿਡ। ਇਹ ਸਿੱਖਿਆ ਦਾ ਉਪ ਸਮੂਹ ਹੈ। ਇਹ ਸਿੱਖਿਆ ਦਾ ਕੀ ਹੈ? ਉਪ ਸਮੂਹ ਹੈ। ਇਹ ਹੁਨਰ ਦੇ ਟੈਸਟ ਲਈ ਤਿਆਰ ਕਰਨਾ ਹੈ। ਠੀਕ ਹੈ, ਕੋਈ ਹੁਨਰ ਦਾ ਟੈਸਟ ਹੋਵੇ ਉਹਦੇ ਲਈ ਤਿਆਰ ਕਰਨਾ ਹੈ। ਇਹ ਇੱਕ ਸਿੱਖਿਆਰਥੀ ਦੇ ਹੁਨਰ ਅਤੇ ਯੋਗਤਾਵਾਂ ਉੱਤੇ ਜ਼ੋਰ ਦਿੰਦਾ ਹੈ। ਠੀਕ ਹੈ, ਜਿਵੇਂ ਕਿ ਹੁਣ ਸਪੋਜ਼ ਕਰੋ ਕੋਈ ਬੱਚਾ ਬਾਸਕਟਬਾਲ ਖੇਡਦਾ ਹੈ, ਉਹ ਬਾਸਕਟਬਾਲ ਦੀ ਟ੍ਰੇਨਿੰਗ ਲੈਣ ਲੱਗ ਗਿਆ ਤਾਂ ਉਹਦੇ ਇੱਕ ਹੀ, ਠੀਕ ਹੈ, ਇਹ ਇੱਕ ਸਿੱਖਿਆਰਥੀ ਦੇ ਹੁਨਰ ਅਤੇ ਯੋਗਤਾਵਾਂ ਉੱਤੇ ਜ਼ੋਰ ਦਿੰਦਾ ਹੈ। ਸਿਖਲਾਈ ਹਦਾਇਤ, ਠੀਕ ਹੈ, ਜਿਹੜੀ ਕਿ ਸਿਖਲਾਈ ਹਦਾਇਤ ਹੈ, ट्रेनिंग इंस्ट्रक्शन है, चेले या मश्क द्वारा की जाती है। ठीक है, डिसाइपल्स या ड्रिल्स द्वारा ये की जाती है। ठीक है, डिसाइपल्स या ड्रिल्स द्वारा ये की जाती है। यह किसी व्यक्ति की छुपी हुई प्रतिभा अते हुनर प्रदान करता है। ठीक है, किसी व्यक्ति के विच कोई लुकी हुई प्रतिभा है, ठीक है, या हुनर प्रदान करता है। ये थोड़े समय विच हुनर अते योग्यतावां नूं वधाउंदा है। जदों आपां किसी चीज़ की ट्रेनिंग लेन लग जाइए तो आप थोड़े टाइम दे विच ही इंप्रूव हो जाने। ठीक है, आप थोड़े टाइम दे विच ही इंप्रूव हो जाने। इन्होंने भी वही गल की हुई है कि यह थोड़े समय विच ही हुनर अते योग्यतावां नूं वधाओ दिंदा है। ठीक है, सब तो पहला यह विहारिक आधारित है। ठीक है, मतलब प्रैक्टिकल ओरिएंटेड है। यह सिक्ख्या का उप समूह है। फिर यह हुनर के टैसट लिए तैयार करना है। फिर यह एक सिक्ख्यार्थी के हुनर अते योग्यतावां उत्ते जोर दिंदा है। फिर सिखलाई हदायत चेले या मश्क द्वारा की जाती है। यह किसी भी व्यक्ति के विच अगर कोई छुपी हुई प्रतिभा होवे अते हुनर वह प्रदान करता है। यह थोड़े समय विच हुनर अते योग्यतावां नूं वधाउंदा है। क्लीयर है? क्लीयर है स्टूडेंट्स? चलिए अगे, अध्यापन का सुभाव, नेचर ऑफ टीचिंग। नेचर ऑफ टीचिंग बारे आपां हुण गल करांगे। देखो जी, अध्यापन एक प्रक्रिया है जो सीखण की सहूलत दिंदी है। ठीक है, अध्यापन की है? यह एक प्रक्रिया है जिहड़ी आपां नूं सीखण दी की दिंदी है? सहूलत दिंदी है। सब तो पहली गल। दूजी गल, अध्यापन ज्ञान, हुनर अते गुणां दा
ठीक है। ज्ञान हुनर अते गुणां दा विशेष उपयोग है। जिहड़ा अध्यापन है टीचिंग है वो की है जी, ज्ञान दा हुनर दा ते गुणां दा विशेष उपयोग है जो व्यक्तिगत अते समाज दियां विद्यक लोड़ां नूं पूरा करन लई युविक सेवा प्रदान करन लई तैयार किया गया है। ठीक है। पाठक्रम के नतीजिਆਂ ਨੂੰ पूरा करन लई विद्यार्थियों ਨੂੰ ਸਿੱਖਣ ਦੇ ਮੌਕੇ ਪ੍ਰਦਾਨ ਕਰਨ ਦੇ ਨਾਲ-ਨਾਲ ਸਿੱਖਿਆ ਮੁੱਲਾਂ ਦੇ ਵਿਕਾਸ ਉੱਤੇ ਜ਼ੋਰ ਦਿੰਦੀ ਹੈ ਅਤੇ ਸਿੱਖਿਅਕਾਂ ਨੂੰ ਉਹਨਾਂ ਦੇ ਸਮਾਜਿਕ ਅਧਿਐਨਾਂ ਵਿੱਚ ਮਾਰਗਦਰਸ਼ਨ ਕਰਦੀ ਹੈ। ठीक है। नेचर ऑफ टीचिंग क्लीयर है। सब तो पहला की सी, अध्यापन एक प्रक्रिया है। ठीक है। टीचिंग एक प्रक्रिया है जो आपां नूं सीखण दी कुछ नॉलेज गेन करन दी सहूलत दिंदी है। दूजा जिहड़ा अध्यापन है ज्ञान हुनर अते गुणां दा विशेष उपयोग है। ठीक है। जो की करदी है व्यक्तिगत अते समाज दीयां विद्याक लोड़ां नूं पूरा करन लई यूबिक सेवा प्रदान करन लई तैयार किया गया है। फिर तीजा पाठक्रम के नतीजिਆਂ ਨੂੰ पूरा करन लई, पाठक्रम के नतीजिਆਂ ਨੂੰ पूरा करन लई विद्यार्थियों ਨੂੰ ਸਿੱਖਣ ਦੇ ਮੌਕੇ ਪ੍ਰਦਾਨ ਕਰਨ ਦੇ ਨਾਲ-ਨਾਲ ਸਿੱਖਿਆ ਮੁੱਲਾਂ ਦੇ ਵਿਕਾਸ ਉੱਤੇ ਜ਼ੋਰ ਦਿੰਦੀ ਹੈ ਅਤੇ ਸਿੱਖਿਅਕਾਂ ਨੂੰ ਉਹਨਾਂ ਦੇ ਸਮਾਜਿਕ ਅਧਿਐਨਾਂ ਵਿੱਚ ਮਦਦ ਕਰਦੀ ਹੈ। ਠੀਕ ਹੈ। ਫਿਰ ਚੌਥਾ ਅਧਿਆਪਕ ਇਹ ਅਭਿਆਸ ਕਰਦੇ ਹਨ जो विद्यार्थियों विच एक सकारात्मक स्वै संकल्प का विकास करते हैं। ठीक है। जिहड़े अध्यापक हुंदे हैं टीचर्स हुंदे ने ਉਹ ਅਜਿਹੇ ਅਭਿਆਸਾਂ ਨੂੰ ਲਾਗੂ ਕਰਦੇ ਨੇ ਜੋ ਕਿ ਵਿਦਿਆਰਥੀਆਂ ਦੇ ਵਿੱਚ ਇੱਕ ਸਕਾਰਾਤਮਕ ਸਵੈ ਸੰਕਲਪ ਦਾ ਵਿਕਾਸ ਕਰਦੇ ਹਨ। ਅਧਿਆਪਨ ਇੱਕ ਵਿਆਪਕ ਪ੍ਰਕਿਰਿਆ ਹੈ। ਠੀਕ ਹੈ। ਜਿਹੜੀ ਅਧਿਆਪਨ ਹੈ ਕੀ ਹੈ ਜੀ, ਇੱਕ ਵਿਆਪਕ ਪ੍ਰਕਿਰਿਆ ਹੈ ਜਿਸ ਵਿੱਚ ਸਿੱਖਿਆ ਪੂਰਾ ਕਰਨ ਲਈ ਇੱਕ ਪ੍ਰਣਾਲੀਗਤ ਪਹੁੰਚ ਸ਼ਾਮਲ ਹੁੰਦੀ ਹੈ। ਇਹ ਇੱਕ ਟੀਚਾ ਆਧਾਰਿਤ ਪ੍ਰਕਿਰਿਆ ਹੈ जिथे अध्यापक प्रक्रिया विच एक उग्गी भूमिका निभाउंदा है। ठीक है। समझ आ गया जी। फोर्थ पॉइंट तो देखो, अध्यापक अजिहे अभ्यासां नूं लागू करते हैं जो विद्यार्थियों विच एक सकारात्मक मतलब पॉजिटिव स्वै संकल्प ठीक है दा विकास करते हैं। उस तो बाद अध्यापन एक व्यापक प्रक्रिया, यह एक व्यापक प्रक्रिया है जिस विच सिक्ख्या दे टीचिਆਂ ਅਤੇ ਉਦੇਸ਼ ਨੂੰ ਪੂਰਾ ਕਰਨ ਲਈ ਇੱਕ ਪ੍ਰਣਾਲੀਗਤ ਪਹੁੰਚ ਸ਼ਾਮਲ ਹੁੰਦੀ ਹੈ। ਫਿਰ ਇਹ ਇੱਕ ਟੀਚਾ ਆਧਾਰਿਤ ਪ੍ਰਕਿਰਿਆ ਹੈ ਜਿੱਥੇ ਅਧਿਆਪਕ ਪ੍ਰਕਿਰਿਆ ਵਿੱਚ ਇੱਕ ਉੱਗੀ ਭੂਮਿਕਾ ਨਿਭਾਉਂਦਾ ਹੈ। ਕਲੀਅਰ ਹੈ। समझ आ रही है स्टूडेंट्स। आगे देखो जी, पढ़ाउण दे पढ़ा। ठीक है। स्टैप्स की हुंदे हैं टीचिंग दे। ठीक है। स्टैप्स की हुंदे हैं, अध्यापन की प्रक्रिया नूं बनाउण वाले वख-वख कदमां नूं अध्यापन दे पढ़ा कहा जाता है। ठीक है। अध्यापन की प्रक्रिया नूं जिहड़े बनाउण वाले वख-वख कदम हुंदे आ उन्हां नूं की कहा जाता है, अध्यापन दे पढ़ा कहा जाता है। उपदेश नूं हेठ लिखे अनुसार 3 पढ़ावां विच वंडिया जा सकता है। 3 पढ़ावां विच वंडिया जा सकता है। अध्यापन का पूर्व क्रियाशील पढ़ा, सब तो पहला अध्यापन का पूर्व क्रियाशील पढ़ा। दूजा अध्यापन का इंटरैक्टिव पढ़ा। तीजा अध्यापन के सरगर्म पढ़ा तो बाद। ठीक है। सब तो फर्स्ट पूर्व क्रियाशील, फिर इंटरैक्टिव, फिर सरगर्म पढ़ाव तो बाद। ठीक है। हुण इहदे बारे आपां अगे पढ़ांगे सारे पढ़ावां बारे। सब तो पहला पूर्व क्रियाशील पढ़ा या पूर्व सरगर्म पढ़ा। ठीक है। आओ जी, इंटरैक्टिव जिन्हों आपां कहने आ। अध्यापन दे पूर्व क्रियाशील पढ़ाव विच अध्यापन की योजना नूं पूरा किया जाता है। ठीक है। जिहड़ा कि पूर्व क्रियाशील पढ़ाव हुंदा है उहदे विच की हुंदा है जी, अध्यापन की योजना नूं पूरा किया जाता है। इस पढ़ाव विच ओह गतिविधियां शामिल हैं। इस पढ़ाव दे विच की हुंदा है, ओह गतिविधियां शामिल हैं जो एक अध्यापक क्लासरूम तो पहला करता है। ठीक है। पूर्व क्रियाशील पढ़ाव दे विच किहड़ियां गतिविधियां शामिल हैं जो एक अध्यापक क्लासरूम तो पहला करता है। इस पढ़ाव दे विच की हुंदा है, एक क्लासरूम की योजना बनाना, रणनीतियां बनाना अते अपनाए जाने वाले तरीके, चुनी गई समग्री नूं क्रमबद्ध करना, टीचिंग एड्स की वरतों अते होर भी शामिल हैं। अध्यापन का जिहड़ा पूर्व क्रियाशील पढ़ाव हुंदा है उहदे विच की हुंदा है, अध्यापन के पूर्व क्रियाशील पढ़ाव विच जिहड़ी अध्यापन की योजना नूं पूरा किया जाता है।
फिर इस पड़ाव विच वो गतिविधियां शामिल हैं जो एक अध्यापक क्लासरूम तो पहला करता है। फिर इस पड़ाव विच की हुंदा, एक क्लासरूम की योजना बनाउणा, रणनीतियां अते अपनाए जाने वाले तरीके, चुनी गई समग्री नूं क्रमबद्ध करना, ठीक है, टीचिंग एड्स की वरतों अते होर भी शामिल हैं। क्लीयर है। नैक्सट आ जाओ, अध्यापन का इंटरैक्टिव पढ़ाव। हुण जिहड़ा अध्यापन है उहदा इंटरैक्टिव पढ़ाव। दूजे पढ़ाव विच योजना नूं लागू करना शामिल है, ठीक है। जिहड़ा दूजा पढ़ाव है उहदे विच की है, योजना नूं लागू करना शामिल है, जिथे क्लासरूम, लैबोरेटरी, बाहरी इमारतां वर्गे ढुकवें ढंगां राहीं विद्यार्थियों नूं सिखलाई दे तजर्बे प्रदान किए जाते हैं, ठीक है। ਉਹ ਸਾਰੀਆਂ ਗਤੀਵਿਧੀਆਂ ਜੋ ਇੱਕ ਅਧਿਆਪਕ ਦੁਆਰਾ ਕਲਾਸਾਂ ਵਿੱਚ ਦਾਖਲ ਹੋਣ ਤੋਂ ਬਾਅਦ ਕੀਤੀਆਂ ਜਾਂਦੀਆਂ ਹਨ, ਅਧਿਆਪਨ ਦੇ ਇੰਟਰੈਕਟਿਵ ਪੜਾਅ ਦੇ ਅਧੀਨ ਇਕੱਠੀਆਂ ਕੀਤੀਆਂ ਜਾਂਦੀਆਂ ਹਨ, ਠੀਕ ਹੈ। ਜਿਹੜੀ ਕਿ ਕਲਾਸਰੂਮ ਐਂਟਰ ਹੋਣ ਤੋਂ ਬਾਅਦ ਟੀਚਰ ਜੋ ਵੀ ਐਕਟੀਵਿਟੀਜ਼ ਕਰਦੀ ਹੈ ਜਾਂ ਕਰਦਾ ਹੈ ਉਹਨੂੰ ਇੰਟਰੈਕਟਿਵ ਪੜਾਅ ਦੇ ਵਿੱਚ ਕਾਊਂਟ ਕੀਤਾ ਜਾਊਗਾ। ਆਮ ਤੌਰ ਉੱਤੇ ਇਹ ਗਤੀਵਿਧੀਆਂ ਇੱਕ ਕਲਾਸ ਵਿੱਚ ਸਮੱਗਰੀ ਦੀ ਪੇਸ਼ਕਾਰੀ ਅਤੇ ਡਿਲੀਵਰੀ ਨਾਲ ਸੰਬੰਧਿਤ ਹੁੰਦੀਆਂ ਹਨ। ਕੋਈ ਪ੍ਰੈਕਟੀਕਲ ਵਰਕ, ਜਿਵੇਂ ਕਿ ਸਮੱਗਰੀ ਦੀ ਪੇਸ਼ਕਾਰੀ, ਠੀਕ ਹੈ, ਆਪਾਂ ਕੁਝ ਪ੍ਰੈਕਟੀਕਲ ਕਰ ਰਹੇ ਹਾਂ ਤਾਂ ਤੁਹਾਨੂੰ ਕੋਈ ਚੀਜ਼ ਦਿਖਾਈ ਜਾ ਰਹੀ ਹੈ, ਅਤੇ ਡਿਲੀਵਰੀ ਜੋ ਵੀ ਤੁਹਾਨੂੰ ਲੈਕਚਰ ਡਿਲੀਵਰ ਕੀਤਾ ਜਾ ਰਿਹਾ ਉਹਦੇ ਨਾਲ ਸੰਬੰਧਿਤ ਹੁੰਦੀਆਂ। ਅਧਿਆਪਕ ਸਿਖਿਆਰਥੀਆਂ ਨੂੰ ਵੱਖ-ਵੱਖ ਕਿਸਮਾਂ ਦੀ ਜ਼ੁਬਾਨੀ ਉਤੇਜਨਾ ਪ੍ਰਦਾਨ ਕਰਦਾ ਹੈ, स्पष्टीकरण दिंदा है, सवाल पूछता है, विद्यार्थियों के जवाब सुनता है और मार्गदर्शन प्रदान करता है, ठीक है। सब तो पहला आपने क्रियाशील पढ़िया, ठीक है। ਉਹਦੇ ਵਿੱਚ ਕੀ ਸੀ, ਅਧਿਆਪਨ ਦੀ ਯੋਜਨਾ ਨੂੰ ਪੂਰਾ ਕੀਤਾ ਜਾਂਦਾ ਹੈ, ਗਤੀਵਿਧੀਆਂ ਸ਼ਾਮਲ ਹੁੰਦੀਆਂ ਜੋ ਕਿ ਕਲਾਸਰੂਮ ਤੋਂ ਪਹਿਲਾਂ ਦੀਆਂ ਹੁੰਦੀਆਂ ਨੇ। ਇਹਦੇ ਵਿੱਚ ਰਣਨੀਤੀਆਂ ਬਣਾਈਆਂ ਜਾਂਦੀਆਂ ਕਿਵੇਂ ਪੜਾਇਆ ਜਾਊਗਾ, ਟੀਚਿੰਗ ਏਡ ਸਮੱਗਰੀ ਦੀ ਮਤਲਬ ਉਹਦੀ ਉਹ ਕੀਤੀ ਜਾਂਦੀ ਹੈ, क्रमबद्ध की होंगे लाइन वाइज, ठीक है, सैटिंग की जाती है, टीचिंग एड्स की वरतों तो होर भी शामिल होंगे। उस तो बाद जो इंटरैक्टिव पढ़ाव होंगे वो की होंगे जो टीचर क्लासरूम के आ गया, जो वो एक्टिविटीज़ कर रहे हैं वो सारा कुछ ऐड ऑन है, ठीक है। लैक्चर देना, कोई प्रैक्टिकल काम है, लैक्चर डिलीवर करना, ठीक है, विद्यार्थी तो क्वेश्चन आंसर सुनना, सवाल पूछना, ठीक है, तो उन्होंने मार्गदर्शन प्रदान करना। इस पढ़ाव विच क्लास के आकार नूं वधाउणा, ठीक है, प्रश्नों की जांच करके सिखियार्थियों बारे पिछले ज्ञान, रुचि रवैये आदि बारे जानना अते पढ़ाई लिखाई विषय की पड़चोल करना वर्गियां गतिविधियां शामिल हैं, ठीक है। अते मजबूती मतलब स्टूडेंट्स नूं करना कि हाँ जी तुसीं कर सकते हो, उन्होंने मोटिवेट करना। इस पढ़ाव विच की हैगे जी, क्लास के आकार नूं वधाउणा, ठीक है, क्लास के आकार नूं वधाउणा, प्रश्न की जांच करके सिखियार्थियों बारे पिछले ज्ञान, रुचि रवैये आदि बारे जानना अते पढ़ाई लिखाई विषय की पड़चोल करन वालियां गतिविधियां शामिल हैं। यह असल अध्यापन का पढ़ाव है, ठीक है। यह की है जी, असल अध्यापन का पढ़ाव हैगा, ठीक है। लास्ट आपां गल करन जा रहे हैं जी, अध्यापन के सरगर्म पढ़ाव तो बाद, इंटरैक्टिव फेज तो बाद जिहड़ा पढ़ाव आंदा है उहदे बारे हुण आपां गल कर रहे हैं। अध्यापन तो बाद दा पढ़ाव वो पढ़ाव हुंदा है जिस विच किहड़ा पढ़ाव हुंदा जी, अध्यापन दे पढ़ाव तो बाद जिस विच अध्यापकां दीयां गतिविधियां शामिल हुंदियां हन। जिहदे विच की शामिल हुंदा है, अध्यापकां दीयां गतिविधियां, जिवें कि सिखियार्थियों नूं खास तौर उत्ते उन्हां दीयां समस्यावां नूं समझण विच, खास तौर ते समझण विच उन्हां दी समस्या नूं निर्धारित करन दे नतीजे दा विश्लेषण करना अते सिस्टम विच लिआंदियां जाण वालीआं लोड़ींदियां तब्दीलियां वाले फैसला करन लई अगली पढ़ाई दी मियाद। इहदे विच की हुंदा जी, अध्यापन तो जिहड़ा बाद वाला पढ़ाव हुंदा है वो पढ़ाव हुंदा है जिस विच अध्यापक दीयां गतिविधियां, ठीक है, शामिल हुंदियां ने, जिमें कि खास तौर पर ਜਿਹੜੀਆਂ ਸਿੱਖਿਆਰਥੀਆਂ ਨੂੰ ਸਮੱਸਿਆਵਾਂ ਆ ਰਹੀਆਂ ਨੇ, ਠੀਕ ਹੈ, ਉਹਨਾਂ ਨੂੰ ਸਮਝਣ ਦੇ ਵਿੱਚ, ਫਿਰ ਜੋ ਉਹਨਾਂ ਨੇ ਆਪਣੀਆਂ ਸਮੱਸਿਆਵਾਂ ਦੇ ਹੱਲ ਕੱਢੇ ਨੇ ਉਹ ਸਮੱਸਿਆਵਾਂ ਨੂੰ ਨਿਰਧਾਰਿਤ ਕਰਨ ਦਾ ਕੀ ਨਤੀਜਾ ਹੋਊ ਉਹਦਾ ਵਿਸ਼ਲੇਸ਼ਣ ਕਰਨਾ,
ਫਿਰ ਸਿਸਟਮ ਵਿੱਚ ਜਿਹੜੀਆਂ ਕਿ ਲੋੜੀਂਦੀਆਂ ਤਬਦੀਲੀਆਂ ਲਿਆਈਆਂ ਜਾਣੀਆਂ ਚਾਹੀਦੀਆਂ ਉਹਨਾਂ ਬਾਰੇ ਫੈਸਲਾ ਕਰਨਾ ਤੇ ਅਗਲੀ ਪੜ੍ਹਾਈ ਦੀ ਮਿਆਦ ਕਿ ਅੱਗੇ ਕਿਵੇਂ ਬੱਚੇ ਨੂੰ ਪੜ੍ਹਾਇਆ ਜਾਊਗਾ ਉਹ ਸਾਰਾ ਕੁਛ ਇਹਦੇ ਵਿੱਚ ਹੁੰਦਾ ਹੈ। ਠੀਕ ਹੈ। ਸੈਕਿੰਡ ਪੁਆਇੰਟ, ਇਸ ਪੜ੍ਹਾਅ ਵਿੱਚ ਹੋਰ ਕੀ ਹੁੰਦਾ ਹੈ? ਇਸ ਪੜ੍ਹਾਅ ਵਿੱਚ ਅਧਿਆਪਨ ਦੇ ਕਾਰਜ ਦੇ ਸੰਖੇਪ ਵਿੱਚ ਅਧਿਆਪਕ ਵਿਦਿਆਰਥੀਆਂ ਤੋਂ ਪ੍ਰਸ਼ਨ ਪੁੱਛਦਾ ਹੈ। ਠੀਕ ਹੈ। ਮਤਲਬ ਟੀਚਿੰਗ ਦੇ ਕੰਮ ਦੇ ਜੋ ਕਿ ਸਮਰਾਈਜ਼ ਕਰਕੇ ਅਧਿਆਪਕ ਕੀ ਕਰਦਾ ਹੈ? ਵਿਦਿਆਰਥੀਆਂ ਤੋਂ ਕੁਐਸਚਨਸ ਪੁੱਛਦਾ ਹੈ ਮੌਖਿਕ ਤੌਰ ਉੱਤੇ। ਠੀਕ ਹੈ। ਓਰਲੀ ਲਿਖਤੀ ਰੂਪ ਵਿੱਚ, ਰਿਟਨ ਫਾਰਮ 'ਚ ਵਿਦਿਆਰਥੀਆਂ ਦੇ ਵਿਵਹਾਰ ਨੂੰ ਮਾਪਣ ਲਈ। ਕਿਉਂ ਪੁੱਛਦਾ? ਆਪਾਂ ਕਹਿੰਦੇ ਨਾ ਫੀਡਬੈਕ ਫਾਰਮ ਭਰ ਦਿਓ, ਫੀਡਬੈਕ ਫਾਰਮ ਭਰ ਦਿਓ। ਕਿਉਂ? ਉਹਨਾਂ ਦੇ ਵਿਵਹਾਰ ਨੂੰ ਮਾਪਣ ਦੇ ਲਈ। ਠੀਕ ਹੈ। ਲਿਖਤੀ ਰੂਪ ਵਿੱਚ ਵਿਦਿਆਰਥੀਆਂ ਦੇ ਵਿਵਹਾਰ ਨੂੰ ਮਾਪਣ ਦੇ ਲਈ। ਠੀਕ ਹੈ। 3 ਪੜਾਅ ਆਪਾਂ ਪੜ੍ਹ ਚੁੱਕੇ ਹਾਂ। ਠੀਕ ਹੈ। ਸਭ ਤੋਂ ਪਹਿਲਾਂ ਕਿਰਿਆਸ਼ੀਲ ਜਿਹੜਾ ਆਪਾਂ ਨੇ ਸਭ ਤੋਂ ਪਹਿਲਾਂ ਪੜ੍ਹਿਆ ਸੀਗਾ। ਠੀਕ ਹੈ। ਕਿਰਿਆਸ਼ੀਲ, ਉਸ ਤੋਂ ਬਾਅਦ ਇੰਟਰੈਕਟਿਵ ਫੇਸ ਆਪਾਂ ਨੇ ਪੜ੍ਹਿਆ। ਠੀਕ ਹੈ। ਫਿਰ ਆਪਾਂ ਨੇ ਪੜ੍ਹਿਆ ਜੀ ਸਰਗਰਮ ਪੜਾਅ ਤੋਂ ਬਾਅਦ। ਠੀਕ ਹੈ। ਇਹਦੇ ਵਿੱਚ ਕੀ ਹੁੰਦਾ ਹੈ? ਟੀਚਰਸ ਇਹਨਾਂ ਦੀਆਂ ਸਮੱਸਿਆਵਾਂ ਸੁਣਦੀਆਂ, ਫਿਰ ਜੋ ਸਮੱਸਿਆਵਾਂ ਦਾ ਹੱਲ ਨਿਕਲਦਾ ਹੈ ਉਹਨਾਂ ਦਾ ਕੀ ਨਤੀਜਾ ਨਿਕਲੂਗਾ ਉਹਦਾ ਵਿਸ਼ਲੇਸ਼ਣ ਕਰਕੇ ਦੱਸਦੀਆਂ। ਸਿਸਟਮ ਵਿੱਚ ਕੀ ਲੋੜੀਂਦੀਆਂ ਤਬਦੀਲੀਆਂ ਲਿਆਈਆਂ ਜਾਣ ਉਹਨਾਂ ਦਾ ਫੈਸਲਾ ਹੁੰਦਾ ਹੈ ਤੇ ਅਗਲੀ ਪੜ੍ਹਾਈ ਦੀ ਮਿਆਦ। ਠੀਕ ਹੈ। ਤੇ ਦੂਜਾ ਕੀ ਹੈ? ਇਸ ਪੜਾਅ ਵਿੱਚ ਅਧਿਆਪਨ ਦੇ ਕਾਰਜ ਦੇ ਸੰਖੇਪ ਵਿੱਚ ਅਧਿਆਪਕ ਵਿਦਿਆਰਥੀ ਤੋਂ ਪ੍ਰਸ਼ਨ ਪੁੱਛਦਾ ਹੈ ਮੌਖਿਕ ਤੌਰ ਤੇ ਲਿਖਤੀ ਰੂਪ ਦੇ ਵਿੱਚ। ਠੀਕ ਹੈ। ਵਿਦਿਆਰਥੀ ਦੇ ਵਿਵਹਾਰ ਨੂੰ ਮਾਪਣ ਦੇ ਲਈ। ਕਲੀਅਰ ਹੈ ਸਟੂਡੈਂਟਸ? ਸਮਝ ਆ ਗਿਆ? ਕੱਲ੍ਹ ਨੂੰ ਆਪਾਂ ਅੱਗੇ ਟੀਚਿੰਗ ਬਾਰੇ ਥੋੜਾ ਜਿਹਾ ਪੋਰਸ਼ਨ ਇਹਦਾ ਰਹਿ ਗਿਆ ਉਹ ਆਪਾਂ ਕੱਲ ਕਰਾਂਗੇ। ਠੀਕ ਹੈ। ਟਾਈਪਸ ਆਫ ਮੈਮਰੀਜ਼ ਦੀ ਗੱਲ ਕਰਾਂਗੇ। ਠੀਕ ਹੈ। ਕੱਲ ਇਹ ਚੈਪਟਰ ਆਪਣਾ ਕੰਪਲੀਟ ਹੋ ਜਾਊਗਾ। ਹੋ ਸਕਦਾ ਆਪਾਂ ਕੱਲ ਦੂਸਰਾ ਚੈਪਟਰ ਵੀ ਨਾਲ ਸ਼ੁਰੂ ਕਰ ਲਈਏ। ਦੇਖੋ ਮੈਂ ਬਹੁਤ ਹੀ ਤੁਹਾਨੂੰ ਥੋੜਾ ਪੜ੍ਹਾਉਂਦੀ ਹਾਂ। ਠੀਕ ਹੈ। ਇੱਕ ਤੁਹਾਨੂੰ ਬਹੁਤ ਹੀ ਤਰੀਕੇ ਨਾਲ ਪੜ੍ਹਾਇਆ ਜਾ ਰਿਹਾ ਹੈ। ਠੀਕ ਹੈ। ਤਾਂ ਕਿ ਕੋਈ ਵੀ ਕਲਾਸ ਤੁਸੀਂ ਮਿਸ ਨਾ ਕਰੋ, ਤੁਹਾਨੂੰ ਜ਼ਿਆਦਾ ਟਾਈਮ ਵੀ ਨਾ ਲੱਗੇ ਤੇ ਤੁਹਾਡਾ ਸਾਰਾ ਸਿਲੇਬਸ ਵੀ ਕਵਰ ਹੋ ਜਾਏ। ਠੀਕ ਹੈ। ਜਿੰਨਾ ਕਰਵਾਇਆ ਜਾਂਦਾ ਹੈ ਉਹਨੂੰ ਐਟਲੀਸਟ 2 ਵਾਰ ਤਾਂ ਪੜ੍ਹਿਆ ਹੀ ਕਰੋ ਤਾਂ ਕਿ ਪੇਪਰ ਦੇ ਨੇੜੇ ਸਿਰਫ ਇੱਕ ਰਿਵੀਜ਼ਨ ਦੇਣ ਦੀ ਲੋੜ ਪਵੇ ਕਿਉਂਕਿ ਹੋਰ ਬਹੁਤ ਕੁਝ ਹੈ ਪੜ੍ਹਨ ਵਾਲਾ। ਠੀਕ ਹੈ। ਸਾਇੰਸ, SST, GK, ਇੰਗਲਿਸ਼, ਹਿੰਦੀ, ਪੰਜਾਬੀ ਚਾਹੇ 5-5 ਨੰਬਰ ਦੀ ਆਣੀ ਹੈ ਪਰ ਪੜ੍ਹਨਾ ਤਾਂ ਪਊਗਾ। ਕਰੰਟ ਅਫੇਅਰ, CDP। ਠੀਕ ਹੈ। ਤਾਂ ਇਹ ਸਾਰਾ ਕੁਝ ਤੁਹਾਨੂੰ ਕਰਵਾਇਆ ਜਾਊਗਾ। ਤੁਸੀਂ ਜਿੰਨਾ ਆਪਾਂ ਕਰ ਰਹੇ ਹਾਂ ਥੋੜਾ ਕਰ